TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਲਗਭਗ 4 ਲੱਖ ਭਾਰਤੀਆਂ ਨੇ ਬੀਤੇ 3 ਵਰ੍ਹਿਆਂ ਵਿੱਚ ਭਾਰਤੀ ਨਾਗਰਿਕਤਾ ਤਿਆਗੀ। ਸੰਯੁਕਤ ਕਿਸਾਨ ਮੋਰਚੇ ਨੇ ਰੱਦ ਕੀਤੀ ਕੇਂਦਰ ਸਰਕਾਰ ਵੱਲੋਂ ਬਣਾਈ ਕਮੇਟੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨ ਦੇ ਬਿਆਨ ਦੀ ਸਖਤ ਨਿਖੇਧੀ। ਅਕਾਲੀ ਆਗੂ ਬੰਟੀ ਰੋਮਾਣਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਕੀਤੇ ਕੁਝ ਸਵਾਲ। ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਸਾਰੇ ਯਾਤਰੀ ਵਾਹਨਾਂ ਵਿੱਚ ਲੱਗਣਗੇ ਲੋਕੇਸ਼ਨ ਟਰੈਕਿੰਗ ਵਾਲੇ ਯੰਤਰ। ਅਤੇ ਲੁਧਿਆਣਾ ਵਿੱਚ 14 ਵਰ੍ਹਿਆਂ ਦੀ ਬਾਲੜੀ ਦੀ ਮੌਤ ਤੋਂ ਬਾਅਦ ਭੜਕੇ ਲੋਕ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਪੰਜਾਬ ਦੇ ਵਿੱਚੋਂ ਵੀ ਭਾਰਤ ਦੇ ਵਿੱਚੋਂ ਵੀ ਬਹੁਤ ਸਾਰਾ ਪ੍ਰਵਾਸ ਹੋ ਰਿਹਾ ਹੈ। ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਮਸਲਿਆਂ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਰਹੇ ਹਾਂ ਕਿ ਕਿਸੇ ਨੂੰ ਲਾਈਫ ਸਿਕਿਉਰਿਟੀ, ਕਿਸੇ ਨੂੰ ਜਾਨ ਮਾਲ ਦਾ ਖਤਰਾ, ਕਿਸੇ ਨੂੰ ਰੁਜ਼ਗਾਰ, ਕਿਸੇ ਨੂੰ ਪੜ੍ਹਾਈ। ਕਾਰਨ ਵੱਖੋ ਵੱਖਰੇ ਹੈ। ਆਪਣਾ ਮੁਲਕ ਛੱਡ ਕੇ ਲੋਕ ਬਾਹਰਲੇ ਮੁਲਕਾਂ ਵੱਲ ਨੂੰ ਭੱਜ ਰਹੇ ਆ, ਦੌੜ ਰਹੇ ਆ, ਪਰ ਘਰ ਛੱਡਣੇ ਸੌਖੇ ਨਹੀਂ। ਕਿਸੇ ਪਰਦੇਸੀ ਨੂੰ ਪੁੱਛ ਕੇ ਵੇਖਿਓ ਕਿ ਘਰ ਛੱਡਣਾ ਔਖਾ ਹੈ ਕਿੰਨਾ। ਪਰ ਬੀਤੇ ਸਮੇਂ ਤੋਂ ਇਹ ਪ੍ਰਵਾਸ ਲਗਾਤਾਰ ਜਾਰੀ ਹੈ। ਕੱਲ੍ਹ ਮੰਗਲਵਾਰ ਵਾਲੇ ਦਿਨ ਲੋਕ ਸਭਾ ਦੇ ਵਿੱਚ ਸਰਕਾਰ ਨੇ ਜਿਹੜੇ ਅੰਕੜੇ ਦਿੱਤੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਕਿ ਬੀਤੇ 3 ਵਰ੍ਹਿਆਂ ਵਿੱਚ ਤਕਰੀਬਨ 4 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ ਹੈ ਅਤੇ ਸਭ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੇ ਵਿੱਚ ਆ ਕੇ ਨਾਗਰਿਕਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਲੋਕ ਸਭਾ ਦੇ ਵਿੱਚ ਹਾਜੀ ਫਜ਼ਲੁਰ ਰਹਿਮਾਨ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ ਹੈ। ਅੰਕੜੇ ਕਾਫੀ ਅਹਿਮ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਦੱਸਿਆ ਗਿਆ ਕਿ ਸਾਲ 2019 ਤੋਂ ਚਾਲੂ ਸਾਲ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਬਾਰੇ ਜਾਣਕਾਰੀ ਦੀ ਮੰਗ ਕੀਤੀ ਗਈ ਸੀ। ਉਹ ਅਸੀਂ ਕਹਿੰਦੇ ਤੁਹਾਨੂੰ ਅੰਕੜਿਆਂ ਸਹਿਤ ਵੇਰਵੇ ਦੇ ਰਹੇ ਹਾਂ। ਜਿਹੜੇ ਅੰਕੜੇ ਦਿੱਤੇ ਗਏ ਨੇ ਉਹਦੇ ਅਨੁਸਾਰ 2019 ਤੋਂ 2021 ਦੇ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 3,92,643 ਦੱਸੀ ਗਈ ਹੈ। 2019 ਦੇ ਵਿੱਚ 1,44,017 ਭਾਰਤੀ ਨੇ ਆਪਣੀ ਨਾਗਰਿਕਤਾ ਛੱਡੀ, ਜਦੋਂ ਕਿ 2020 ਦੇ ਵਿੱਚ 85,256 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ। ਤੇ ਇਸੇ ਤਰ੍ਹਾਂ 2021 ਦੇ ਵਿੱਚ 1,63,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਕੇ ਹੋਰਨਾਂ ਮੁਲਕਾਂ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਸਰਕਾਰ ਵੱਲੋਂ ਦਿੱਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ 2019 ਤੋਂ 2021 ਦੇ ਦਰਮਿਆਨ ਅਮਰੀਕਾ ਦੇ ਵੱਲੋਂ 1,70,795 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ। ਇਸੇ ਸਾਲ 2019 ਦੇ ਵਿੱਚ 61,683 ਭਾਰਤੀਆਂ, ਸਾਲ 2020 ਚ 30,828 ਭਾਰਤੀਆਂ ਨੇ ਅਤੇ ਸਾਲ 2021 ਵਿੱਚ 78,284 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਇਹ ਵੀ ਦੱਸਿਆ ਗਿਆ ਕਿ ਬੀਤੇ 3 ਸਾਲਾਂ ਵਿੱਚ ਆਸਟ੍ਰੇਲੀਆ ਦੇ ਵਿੱਚ 58,391 ਭਾਰਤੀਆਂ ਨੇ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਕੈਨੇਡਾ ਦੇ ਵਿੱਚ 64,071 ਭਾਰਤੀਆਂ ਨੇ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਬਰਤਾਨੀਆ ਦੇ ਵਿੱਚ 35,435 ਭਾਰਤੀਆਂ ਨੇ ਉੱਥੋਂ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ। ਜਰਮਨੀ ਦੇ ਵਿੱਚ ਇਹ ਅੰਕੜਾ 6690 ਦਾ ਦੱਸਿਆ ਗਿਆ ਹੈ। ਇਟਲੀ ਦੇ ਵਿੱਚ 12,131 ਭਾਰਤੀਆਂ ਨੂੰ ਉੱਥੋਂ ਦੀ ਨਾਗਰਿਕਤਾ ਮਿਲੀ। ਨਿਊਜ਼ੀਲੈਂਡ ਦੇ ਵਿੱਚ 8882 ਭਾਰਤੀਆਂ ਨੂੰ ਅਤੇ ਪਾਕਿਸਤਾਨ ਦੇ ਵਿੱਚ 48 ਭਾਰਤੀਆਂ ਨੇ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕੀਤੀ ਹੈ। ਅਸਲ ਦੇ ਵਿੱਚ ਇਹ ਅੰਕੜਾ ਹੋਰ ਵੀ ਕਿਤੇ ਵੱਡਾ ਹੋ ਸਕਦਾ ਸੀ। ਉਹਦਾ ਕਾਰਨ ਹੈ ਕਿ ਜਿਹੜੇ ਇਹ 3 ਸਾਲਾਂ ਦੇ ਅੰਕੜੇ ਪੇਸ਼ ਕੀਤੇ ਗਏ ਹੈ, ਇਹਨਾਂ ਸਾਲਾਂ ਦੇ ਦੌਰਾਨ ਕੋਵਿਡ-19 ਦੇ ਕਾਰਨ ਬਹੁਤੀ ਯਾਤਰਾ ਦੇ ਉੱਤੇ ਪਾਬੰਦੀ ਲੱਗੀ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਵੀਜ਼ੇ ਲੱਗੇ ਹੋਣ ਦੇ ਬਾਵਜੂਦ ਵੀ ਉਹ ਕਿਸੇ ਹੋਰ ਮੁਲਕ ਵਿੱਚ ਜਾ ਨਾ ਸਕੇ। ਪਰ ਫਿਰ ਵੀ ਇਹ ਚਿੰਤਾਜਨਕ ਹੈ
ਕਿ ਪ੍ਰਵਾਸ ਕਿਵੇਂ ਰੋਕਿਆ ਜਾਵੇ ਅਤੇ ਪ੍ਰਵਾਸ ਕਿਉਂ ਧਾਰਨ ਕਰ ਰਹੇ ਨੇ ਲੋਕ। ਤੇ ਅਗਲੀ ਜਿਹੜੀ ਖਬਰ ਹੈ ਉਹ ਲਗਾਤਾਰ ਫਿਰ ਇਸ ਵਕਤ ਸੰਯੁਕਤ ਕਿਸਾਨ ਮੋਰਚਾ ਚਰਚਾ 'ਚ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਦੇ ਬਿਆਨ ਕੁਝ ਚਰਚਾ ਵਿੱਚ ਨੇ। ਸੰਯੁਕਤ ਕਿਸਾਨ ਮੋਰਚਾ ਨੇ ਦਰਅਸਲ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ MSP ਅਤੇ ਹੋਰ ਮੁੱਦਿਆਂ ਨੂੰ ਆਧਾਰ ਬਣਾ ਕੇ ਇੱਕ ਕਮੇਟੀ ਬਣਾਈ ਗਈ ਹੈ, ਜਿਸ ਦਾ ਜ਼ਿਕਰ ਕੱਲ੍ਹ ਦੇ ਪ੍ਰੋਗਰਾਮ ਵਿੱਚ ਆਪਣਾ ਕੀਤਾ ਹੋਇਆ ਹੈ, ਉਹਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। ਇਸ ਵਾਸਤੇ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕਰ ਦਿੱਤਾ ਹੈ ਕਿ 3 ਮੈਂਬਰ ਜਿਹੜੇ ਕੇਂਦਰ ਸਰਕਾਰ ਦੇ ਵੱਲੋਂ ਮੰਗੇ ਜਾ ਰਹੇ ਹੈ ਕਿ ਤੁਹਾਡਾ ਥਾਂ ਖਾਲੀ ਛੱਡਿਆ ਗਿਆ, ਉਹ ਕਹਿੰਦੇ ਅਸੀਂ ਆਪਣਾ ਕੋਈ ਪ੍ਰਤੀਨਿਧੀ ਉਹਦੇ ਵਿੱਚ ਨਾਮਜ਼ਦ ਨਹੀਂ ਕਰਾਂਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਡਾਕਟਰ ਦਰਸ਼ਨਪਾਲ ਨਾਲ ਹਨਨ ਮੌਲਾ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਜੋਗਿੰਦਰ ਯਾਦਵ ਤੇ ਹੋਰਨਾਂ ਨੇ ਇਹ ਆਖਿਆ ਕਿ ਇਸ ਕਮੇਟੀ ਦਾ ਪ੍ਰਧਾਨ ਮੰਤਰੀ ਦੇ ਵੱਲੋਂ 19 ਨਵੰਬਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਦੇ ਨਾਲ ਹੀ ਮੋਰਚਾ ਜਨਤਕ ਕਰ ਚੁੱਕਾ ਹੈ। ਉਹ ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਹੈ, ਅਸੀਂ ਤਾਂ ਪਹਿਲਾਂ ਵੀ ਸ਼ੰਕੇ ਪ੍ਰਗਟਾ ਚੁੱਕੇ ਸੀ। ਮਾਰਚ ਮਹੀਨੇ ਵਿੱਚ ਜਦੋਂ ਸਰਕਾਰ ਨੇ ਮੋਰਚੇ ਤੋਂ ਇਸ ਕਮੇਟੀ ਵਾਸਤੇ ਨਾਂ ਮੰਗੇ ਸੀ ਤਾਂ ਮੋਰਚੇ ਨੇ ਸਰਕਾਰ ਤੋਂ ਕਮੇਟੀ ਬਾਰੇ ਸਪਸ਼ਟੀਕਰਨ ਮੰਗਿਆ ਸੀ, ਜਿਸ ਤੋਂ ਕਹਿੰਦੇ ਸਾਨੂੰ ਕਦੇ ਜਵਾਬ ਹੀ ਨਹੀਂ ਮਿਲਿਆ। ਉਹਨਾਂ ਇਹ ਵੀ ਕਿਹਾ ਕਿ 3 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜਦੋਂ ਤੱਕ ਸਰਕਾਰ ਇਸ ਕਮੇਟੀ ਦੇ ਅਧਿਕਾਰ ਖੇਤਰ ਬਾਰੇ ਸੰਦਰਭ ਸ਼ਰਤਾਂ ਦੇ ਬਾਬਤ ਕੁਝ ਸਪਸ਼ਟ ਨਹੀਂ ਕਰਦੀ, ਉਦੋਂ ਤੱਕ ਇਸ ਕਮੇਟੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਨਾਮਜ਼ਦ ਨਹੀਂ ਕੀਤੇ ਜਾਣਗੇ। ਕੋਈ ਤਰਕ ਸੰਗਤ ਹੈ ਨਹੀਂ। ਉਹਨਾਂ ਇਹ ਵੀ ਕਿਹਾ ਕਿ ਜਦੋਂ ਸਰਕਾਰ ਨੇ ਮੋਰਚੇ ਤੋਂ ਇਸ ਕਮੇਟੀ ਲਈ ਨਾਂ ਮੰਗੇ ਸੀ ਤਾਂ ਉਹਦੇ ਜਵਾਬ ਦੇ ਵਿੱਚ 24 ਮਾਰਚ ਤੇ 2022 ਨੂੰ ਖੇਤੀਬਾੜੀ ਸਕੱਤਰ ਨੂੰ ਈਮੇਲ ਭੇਜੀ ਗਈ ਸੀ। ਮੋਰਚੇ ਨੇ ਸਰਕਾਰ ਤੋਂ ਕਈ ਸਵਾਲ ਪੁੱਛੇ ਸੀ। ਉਹ ਸਵਾਲ ਇਹ ਸੀ ਕਿ ਇਸ ਕਮੇਟੀ ਦੀਆਂ ਸ਼ਰਤਾਂ ਕੀ ਹੋਣਗੀਆਂ, ਇਸ ਕਮੇਟੀ ਵਿੱਚ ਯੂਨਾਈਟਿਡ ਕਿਸਾਨ ਮੋਰਚੇ ਤੋਂ ਇਲਾਵਾ ਹੋਰ ਕਿਹੜੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਜਾਂ ਜਥੇਬੰਦੀਆਂ ਹੋਣਗੀਆਂ, ਕਿਹੜੀਆਂ ਸ਼ਖਸੀਅਤਾਂ ਹੋਣਗੀਆਂ ਅਤੇ ਕਿਹੜੇ-ਕਿਹੜੇ ਇਹਦੇ ਵਿੱਚ ਅਹੁਦੇ ਹੋਣਗੇ, ਅਹੁਦੇਦਾਰ ਹੋਣਗੇ, ਕਮੇਟੀ ਦਾ ਚੇਅਰਮੈਨ ਕੌਣ ਹੋਏਗਾ ਤੇ ਇਹਦਾ ਕੰਮਕਾਜ ਕੀ ਹੋਏਗਾ, ਕਮੇਟੀ ਨੂੰ ਆਪਣੀ ਰਿਪੋਰਟ ਦੇਣ ਲਈ ਕਿੰਨਾ ਸਮਾਂ ਮਿਲੇਗਾ, ਕੀ ਕਮੇਟੀ ਦੀ ਸਿਫਾਰਿਸ਼ ਸਰਕਾਰ ਤੇ ਪਾਬੰਦ ਹੋਏਗੀ। ਕਹਿੰਦੇ ਸਰਕਾਰ ਨੇ ਸਾਡੇ ਇਹਨਾਂ ਸਵਾਲਾਂ ਦਾ ਕੋਈ ਸਾਨੂੰ ਜਵਾਬ ਹੀ ਨਹੀਂ ਦਿੱਤਾ। ਪਰ ਦੂਸਰੇ ਪਾਸੇ ਸੰਸਦ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਕੀ ਆਖਿਆ, ਕਿਉਂਕਿ ਰੌਲਾ ਰੱਪਾ ਹੰਗਾਮਾ ਤਾਂ ਇਹਨਾਂ ਬਿਆਨਾਂ ਨੂੰ ਲੈ ਕੇ, ਇਸ ਕਮੇਟੀ ਨੂੰ ਲੈ ਕੇ ਸੰਸਦ ਸਦਨ 'ਚ ਹੋਣਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹ ਆਖ ਰਹੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੇ ਨਾਂ ਨਾ ਮਿਲਣ ਕਾਰਨ ਦਰਅਸਲ ਕਮੇਟੀ ਦਾ ਗਠਨ ਰੁਕਿਆ ਸੀ। ਸਾਂਝੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਇਸ ਕਮੇਟੀ ਦਾ ਐਲਾਨ ਕਰਕੇ ਸਰਕਾਰ ਨੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਖੇਤੀਬਾੜੀ ਮੰਤਰੀ ਤੋਮਰ ਨੂੰ ਜਦੋਂ ਸਦਨ ਦੇ ਵਿੱਚ ਪੁੱਛਿਆ ਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ MSP ਦੀ ਕਾਨੂੰਨੀ ਗਰੰਟੀ ਮੁਹੱਈਆ ਕਰਵਾਉਣ ਲਈ ਕਮੇਟੀ ਦੇ ਗਠਨ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਨੂੰ ਕਦੇ ਭਰੋਸਾ ਦਿੱਤਾ ਹੀ ਨਹੀਂ ਸੀ। ਉਹਨਾਂ ਨੇ ਇਹ ਆਖਿਆ ਕਿ ਪ੍ਰਧਾਨ ਮੰਤਰੀ ਨੇ ਬੀਤੇ ਵਰ੍ਹੇ ਜਦੋਂ ਨਵੰਬਰ ਮਹੀਨੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਤਾਂ ਐਲਾਨ ਕਰਦਿਆਂ MSP ਸਮੇਤ ਵੱਖ-ਵੱਖ ਕਿਸਾਨ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਵਾਸਤੇ ਕਮੇਟੀ ਗਠਿਤ ਕੀਤੇ ਜਾਣ ਦਾ ਵਾਅਦਾ ਕੀਤਾ ਸੀ, ਪਰ MSP ਦੀ ਕਾਨੂੰਨੀ ਗਰੰਟੀ ਵਾਲਾ ਇਹ ਕੋਈ ਵਾਅਦਾ ਨਹੀਂ ਕੀਤਾ। ਹੁਣ ਤੁਸੀਂ ਦੇਖੋ ਕਿ ਕਿਸਾਨ ਕਿਹੜੀ ਉਮੀਦ ਲਾ ਕੇ ਬੈਠੇ ਹੈ ਤੇ ਤੋਮਰ ਸਾਹਿਬ ਬਿਆਨ ਕਿਹੜਾ ਦਿੰਦੇ ਆ ਕਿ ਇਸ ਤਰ੍ਹਾਂ ਦਾ ਕੋਈ ਵਾਅਦਾ ਹੀ ਨਹੀਂ ਕੀਤਾ। ਹਾਂ, ਤੁਹਾਡੇ ਜਿਹੜੇ ਪੈਂਡਿੰਗ ਮੁੱਦੇ ਨੇ ਉਹਨਾਂ ਤੇ ਵਿਚਾਰ ਚਰਚਾ ਕਰਨ ਵਾਸਤੇ ਕਮੇਟੀ ਬਣਾਈ ਹੈ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ 3 ਜਿਹੜੇ ਉਹ ਕਹਿੰਦੇ ਨੁਮਾਇੰਦੇ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਨਹੀਂ ਭੇਜਣੇ। ਤੇ ਦੂਸਰੇ ਪਾਸੇ ਸੱਜਰੇ ਮੈਂਬਰ ਪਾਰਲੀਮੈਂਟ ਬਣੇ ਨੇ ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ। ਬੀਤੇ ਦਿਨੀ ਤੁਹਾਨੂੰ ਆਖਿਆ ਸੀ ਕਿ ਖਟਕੜ ਕਲਾਂ ਦੇ ਵਿੱਚ ਦੱਸਿਆ ਸੀ ਕਿ ਬਹੁਤ ਵੱਡਾ ਇਕੱਠ ਹੋਇਆ। ਇਕੱਠ ਦੇ ਵਿੱਚ ਲੋਕ ਕਾਫੀ ਤੱਤੇ ਵੀ ਹੋਏ ਤੇ ਆਪਾਂ ਉਸ ਬਿਆਨ ਦੀ ਨਿੰਦਿਆ ਵੀ ਕੀਤੀ ਸੀ ਕਿ ਦਸਤਾਰ ਉਤਾਰਿਆ ਜਾਣਾ, ਇਹ ਦਸਤਾਰ ਸਿਮਰਨਜੀਤ ਸਿੰਘ ਮਾਨ ਦੀ ਨਹੀਂ, ਇਹ ਦਸਤਾਰ ਤਾਂ ਗੁਰੂ ਦੀ ਬਖਸ਼ਿਸ਼ ਹੈ। ਤੇ ਉਸ ਬਿਆਨ ਦੀ ਆਪਾਂ ਪੁਰਜ਼ੋਰ ਨਿਖੇਧੀ ਕੀਤੀ ਸੀ, ਪਰ ਉਹਨਾਂ ਨੇ ਬਿਆਨ ਕਿਉਂ ਦਿੱਤਾ ਉਹਦੇ ਪਿੱਛੇ ਵੀ ਸਾਨੂੰ ਦੇਖਣਾ ਪਏਗਾ। ਹੁਣ ਜਿਹੜਾ ਮਾਨ ਸਾਹਿਬ ਦਾ ਬਿਆਨ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਨੇ ਅੱਤਵਾਦੀ ਸੀ, ਇਸ ਬਿਆਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ। ਉਹਨਾਂ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਕਿ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ
कि सिमरनजीत सिंह मान ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ, ਇਹ ਬਿਆਨ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੁਆਰਾ ਆਪਣੇ ਹੱਕਾਂ ਉੱਤੇ ਮਾਰ ਰਹੇ ਡਾਕਿਆਂ ਦੇ ਵਿਰੁੱਧ ਹੈ। ਕੇਂਦਰੀ ਅਤੇ ਸੂਬਾਈ ਹਕੂਮਤਾਂ ਦੇ ਖਿਲਾਫ ਸੰਘਰਸ਼ ਤੇਜ਼ ਅਤੇ ਵਿਸ਼ਾਲ ਕਰਨ ਤੋਂ ਨੌਜਵਾਨਾਂ ਦਾ ਧਿਆਨ ਪਾਸੇ ਹਟਾਉਣ ਦਾ ਇੱਕ ਸਰਕਾਰ ਪੱਖੀ ਕੋਝਾ ਯਤਨ ਹੈ। ਜਿੱਥੋਂ ਤੱਕ ਕਹਿੰਦੇ ਇਸ ਬਿਆਨ ਦੇ ਵਿੱਚ ਅੱਤਵਾਦ ਬਾਰੇ ਜ਼ਿਕਰ ਦਾ ਸਵਾਲ ਹੈ, ਤਾਂ ਉਹ ਕਹਿੰਦੇ ਸਿਮਰਨਜੀਤ ਸਿੰਘ ਮਾਨ ਨੇ ਖੁਦ ਫਰੀਦਕੋਟ ਦੇ ਐਸਐਸਪੀ ਹੁੰਦਿਆਂ ਸਰਾਏ ਨਾਗਾ ਪਿੰਡ ਵਿੱਚ ਸਰਦਾਰਾਂ ਦੇ ਖੁੰਖਾਰ ਕੁੱਤੇ ਨੂੰ ਮਾਰਨ ਵਾਲੇ ਨਿਹੰਗ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਤੋਂ ਧੋਖੇ ਨਾਲ ਬਾਹਰ ਸੱਦ ਕੇ ਝੂਠਾ ਮੁਕਾਬਲਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਤੋਂ ਵੱਡਾ ਅੱਤਵਾਦ ਕੀ ਹੋ ਸਕਦਾ ਹੈ? ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਆਖਿਆ। ਕਹਿੰਦੇ ਇਹ ਸ਼ਖਸ ਤਾਂ ਆਪਣੇ ਨਾਨੇ ਅਰੂੜ ਸਿੰਘ ਦੀ ਉਸ ਅੰਗਰੇਜ਼ ਭਗਤੀ ਨੂੰ ਵੀ ਜਾਇਜ਼ ਠਹਿਰਾ ਰਿਹਾ ਹੈ, ਜਿਸ ਨੇ ਜੱਲਿਆਂਵਾਲਾ ਬਾਗ ਵਿੱਚ ਹਜ਼ਾਰਾਂ ਨਿਹੱਥੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਜਨਰਲ ਡਾਇਰ ਨੂੰ ਸਰੋਪਾ ਦੇ ਕੇ ਸਨਮਾਨਿਤ ਕਰ ਦਿੱਤਾ ਸੀ। ਇਹਨਾਂ ਆਗੂਆਂ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਗੁਲਾਮੀ ਦੇ ਜੂਲੇ ਹੇਠ ਜਕੜਨ ਵਾਲੇ ਅੰਗਰੇਜ਼ ਸਾਮਰਾਜੀਆਂ ਖਿਲਾਫ ਜਾਨ ਤਲੀ ਤੇ ਧਰ ਕੇ ਆਖਰੀ ਸਾਹਾਂ ਤੱਕ ਜੂਝਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਸੰਗਰਾਮੀ ਯੋਧੇ ਨੂੰ ਅਜਿਹੇ ਅੱਤਵਾਦੀ ਸਾਬਕਾ ਪੁਲਿਸ ਅਫਸਰ ਦੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ। ਸਿਰਫ ਲੁਟੇਰੇ ਸਾਮਰਾਜੀਆਂ ਦੇ ਪੈਰੋਕਾਰੀ ਅਜਿਹੇ ਬੇਤੁਕੇ ਬਿਆਨ ਦੇ ਸਕਦੇ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਹ ਕਹਿੰਦੇ ਇਨਕਲਾਬ ਦਾ ਸੂਹਾ ਚਿੰਨ੍ਹ ਨੇ, ਜੋ ਰਹਿੰਦੀ ਦੁਨੀਆ ਤੱਕ ਦੱਬੇ ਕੁਚਲੇ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਰਹਿਣਗੇ ਅਤੇ ਲੁਟੇਰੇ ਸਾਮਰਾਜੀਆਂ ਅਤੇ ਉਹਨਾਂ ਦੇ ਝੋਲੀ ਚੁੱਕਾਂ ਦੀਆਂ ਅੱਖਾਂ ਵਿੱਚ ਰੋੜਾ ਬਣ ਕੇ ਰੜਕਦੇ ਰਹਿਣਗੇ। ਹੁਣ ਕਿਸਾਨ ਆਗੂਆਂ ਨੇ ਸਮੂਹ ਕਿਸਾਨ ਮਜ਼ਦੂਰਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਮਾਨ ਵਰਗੇ ਖਾਨਦਾਨੀ ਸਰਕਾਰ ਭਗਤ ਰਾਜਸੀ ਆਗੂਆਂ ਦੇ ਬੇਤੁਕੇ ਬਿਆਨਾਂ ਦੇ ਉੱਤੇ ਬਿਲਕੁਲ ਭਰੋਸਾ ਨਾ ਕੀਤਾ ਜਾਵੇ। ਇਸੇ ਤਰ੍ਹਾਂ SYL ਨਹਿਰ ਬਾਰੇ ਵੀ ਸਿਮਰਨਜੀਤ ਸਿੰਘ ਮਾਨ ਦੀ ਬਿਆਨਬਾਜ਼ੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਦਿੱਲੀ ਕਿਸਾਨ ਮੋਰਚੇ ਦੌਰਾਨ ਉਸਰੀ ਏਕਤਾ ਵਿੱਚ ਪਾਟਕ ਪਾਉਣ ਦੀ ਕਿਸਾਨ ਵਿਰੋਧੀ ਚਾਲ ਦੱਸੀ ਹੈ, ਜਿਸ ਰਾਹੀਂ ਸਾਮਰਾਜੀ ਕਾਰਪੋਰੇਟਾਂ ਦੀ ਸੇਵਾਦਾਰ ਭਾਜਪਾ ਮੋਦੀ ਸਰਕਾਰ ਦਾ ਪੱਖ ਪੂਰਿਆ। ਸ਼ਹੀਦ ਭਗਤ ਸਿੰਘ ਨੇ ਤਾਂ ਹਰ ਜਾਤ ਧਰਮ ਤੇ ਹਰ ਇਲਾਕੇ ਦੇ ਜੁਝਾਰੂ ਨੌਜਵਾਨਾਂ ਨੂੰ ਸਾਮਰਾਜੀ ਲੁੱਟ ਤੇ ਜ਼ੁਲਮਾਂ ਦਾ ਡਟਵਾਂ ਟਾਕਰਾ ਕਰਨ ਲਈ ਨੌਜਵਾਨ ਭਾਰਤ ਸਭਾ ਦਾ ਸੰਗਠਨ ਕੀਤਾ ਸੀ। ਇਸ ਮੌਕੇ ਮੋਦੀ ਭਾਜਪਾ ਸਰਕਾਰ ਦੀ ਟਕਰਾਊ ਜ਼ਰਕਾਊ ਕਿਸਾਨ ਵਿਰੋਧੀ ਨੀਤੀ ਦੇ ਕਾਰਨ MSP ਦੀ ਮੰਗ ਸਮੇਤ ਕਿਸਾਨ ਮੋਰਚੇ ਦੀਆਂ ਵਿੱਚੇ ਲਟਕਦੀਆਂ ਸਾਰੀਆਂ ਮੰਗਾਂ ਦੇ ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਸਾਂਝਾ ਸੰਘਰਸ਼ ਮੁੜ ਵੇਗ ਫੜਨ ਵੱਲ ਲੱਗ ਰਿਹਾ ਕਿ ਵਧ ਰਿਹਾ ਹੈ, ਜਿਸ ਦੇ ਲਈ ਲੀਹੋਂ ਲਾਉਣ ਲਈ ਉਹ ਕਹਿੰਦੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਬੇਤੁਕੇ ਬਿਆਨ ਦਾਗ ਰਹੇ ਨੇ ਤੇ ਕਹਿੰਦੇ ਇਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਇਹ ਉਹਨਾਂ ਨੇ ਆਪਣੇ ਇੱਕ ਪ੍ਰੈਸ ਬਿਆਨ ਦੇ ਵਿੱਚ ਸੁਨੇਹਾ ਭੇਜਿਆ। ਇਸ ਸੰਘਰਸ਼ ਦੇ ਪਹਿਲੇ ਪੜਾਅ ਦੇ ਵਿੱਚ ਉਹਨਾਂ ਨੇ ਦੱਸਿਆ ਕਿ 18 ਤੋਂ 30 ਜੁਲਾਈ ਤੱਕ ਜ਼ਿਲ੍ਹਾ ਪੱਧਰੀ ਕਾਨਫਰੰਸਾਂ ਹੋਣਗੀਆਂ। 31 ਜੁਲਾਈ ਨੂੰ ਪੂਰੇ ਭਾਰਤ ਦੇ ਵਿੱਚ 11 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਅਗਲੇ ਪੜਾਅ ਤੇ 7 ਤੋਂ 14 ਅਗਸਤ ਤੱਕ ਅਗਨੀਪਥ ਯੋਜਨਾ ਦੇ ਵਿਰੁੱਧ DC SDM ਦਫ਼ਤਰਾਂ ਅੱਗੇ ਇੱਕ ਰੋਜ਼ਾ ਵਿਸ਼ਾਲ ਧਰਨੇ ਲਾ ਕੇ ਯੋਜਨਾ ਰੱਦ ਕਰਨ ਸੰਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤੇ ਜਾਣਗੇ। ਹੁਣ ਗੱਲ ਇੱਥੇ ਹੀ ਨਹੀਂ, ਦਿੱਲੀ ਦੇ ਵਿੱਚ ਮੰਗ ਨੇ ਜ਼ੋਰ ਫੜਿਆ ਕਿ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ FIR ਦਰਜ ਕੀਤੀ ਜਾਵੇ। ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਪਰਮਹੰਸ ਬੰਟੀ ਰਮਾਣਾ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਵਿਵਾਦ ਚੱਲ ਰਿਹਾ ਹੈ, ਉਸ ਵਿਵਾਦ ਤੋਂ ਬਾਅਦ ਮਾਨ ਸਾਹਿਬ ਤੋਂ ਕੁਝ ਸਵਾਲ ਪੁੱਛੇ ਨੇ। ਇਸ ਬਾਰੇ ਗੱਲ ਕਰਦਿਆਂ ਬੰਟੀ ਰਮਾਣਾ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਤੇ ਹੋਈ ਜ਼ਿਮਨੀ ਚੋਣ ਦੇ ਦੌਰਾਨ ਸਿਮਰਨਜੀਤ ਸਿੰਘ ਮਾਨ ਦਾ ਵੱਖਰਾ ਸਟੈਂਡ ਸੀ। ਉਹਨਾਂ ਵੱਲੋਂ ਇਹ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਹ ਖਾਲਿਸਤਾਨੀ ਸਪੋਰਟਰ ਨੇ, ਉਹ ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਉਹ ਵੱਖਰਾ ਦੇਸ਼ ਚਾਹੁੰਦੇ ਨੇ। ਇਸ ਤੋਂ ਇਲਾਵਾ ਇਹ ਹਿੰਦੂ ਰਾਸ਼ਟਰ ਹੈ ਅਤੇ ਅਸੀਂ ਸਿੱਖਾਂ ਦਾ ਖਾਲਿਸਤਾਨ ਚਾਹੁੰਦੇ ਹਾਂ। ਇਹ 'ਤੇ ਸਵਾਲ ਕਰਦਿਆਂ ਬੰਟੀ ਰਮਾਣਾ ਨੇ ਕਿਹਾ ਹੈ ਕਿ ਤੁਸੀਂ ਇਹ ਸਪਸ਼ਟ ਕਰੋ ਕਿ ਤੁਹਾਡਾ ਦਰਅਸਲ ਸਟੈਂਡ ਕੀ ਹੈ। ਉਹਨਾਂ ਕਿਹਾ ਕਿ ਮਾਨ ਸਾਹਿਬ ਬੀਤੇ ਦਿਨੀ ਜਦੋਂ ਤੁਸੀਂ ਅਹੁਦੇ ਦੀ ਸਹੁੰ ਚੁੱਕੀ, ਉਸ ਸਮੇਂ ਤੁਸੀਂ ਇਹ ਕਿਹਾ ਕਿ ਮੈਂ ਈਸ਼ਵਰ ਦੀ ਸਹੁੰ ਚੁੱਕੀ ਕਿ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਰੱਖਾਂਗਾ। ਪਰਮਹੰਸ ਬੰਟੀ ਰਮਾਣਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਇਹਨਾਂ ਦੋ ਸਟੈਂਡਾਂ ਦੇ ਵਿੱਚ ਦੱਸਿਓ ਬਹੁਤ ਵੱਡਾ ਫਰਕ ਹੈ। ਤੁਸੀਂ ਸੰਗਰੂਰ ਦੇ ਲੋਕਾਂ ਨੂੰ ਕੁਝ ਹੋਰ ਕਿਹਾ ਅਤੇ ਸਹੁੰ ਚੁੱਕਣ ਵੇਲੇ ਕੁਝ ਹੋਰ ਆਖ ਰਹੇ ਸੀ। ਰਮਾਣਾ ਨੇ ਪੁੱਛਿਆ ਕਿ ਇਹਦੇ ਨਾਲ ਤੁਹਾਡਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ।
ਇਹਦੇ ਤੋਂ ਬਾਅਦ ਬੰਟੀ ਰਮਾਣਾ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸ ਉਮੀਦਵਾਰ ਨੂੰ ਸਮਰਥਨ ਦੇ ਰਹੀਆਂ ਨੇ। ਇਸ ਸੰਬੰਧੀ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਦੋਵਾਂ ਉਮੀਦਵਾਰਾਂ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਪੰਜਾਬ ਦੇ ਮਸਲਿਆਂ ਬਾਰੇ ਗੱਲ ਕੀਤੀ ਗਈ ਸੀ ਅਤੇ ਮਾਨ ਦੇ ਵੱਲੋਂ ਉਹਨਾਂ ਮਸਲਿਆਂ ਤੇ ਦੋਵਾਂ ਉਮੀਦਵਾਰਾਂ ਤੋਂ ਜਵਾਬ ਮੰਗਿਆ ਗਿਆ ਸੀ। ਇਸ ਗੱਲ ਤੋਂ ਬਾਅਦ ਬੰਟੀ ਰਮਾਣਾ ਪੁੱਛ ਰਹੇ ਨੇ ਸਵਾਲ ਕਿ ਮਾਨ ਸਾਹਿਬ ਕੀ ਤੁਹਾਨੂੰ ਦੋਵਾਂ ਉਮੀਦਵਾਰਾਂ ਨੇ ਤੁਹਾਡੇ ਪੱਤਰ ਦਾ ਕੋਈ ਜਵਾਬ ਦਿੱਤਾ ਹੈ? ਜੇਕਰ ਜਵਾਬ ਆਇਆ ਤਾਂ ਉਸ ਨੂੰ ਲੋਕਾਂ ਦੇ ਸਾਹਮਣੇ ਰੱਖੋ, ਜਨਤਕ ਕਰੋ ਕਿ ਕਿਹੜੇ ਉਮੀਦਵਾਰ ਨੇ ਤੁਹਾਨੂੰ ਕੀ ਜਵਾਬ ਦਿੱਤਾ। ਇਹਦੇ ਤੋਂ ਇਲਾਵਾ ਬੰਟੀ ਰਮਾਣਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਇਹ ਵੀ ਸਵਾਲ ਪੁੱਛਿਆ ਕਿ ਉਹਨਾਂ ਨੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਫਿਰ ਫੈਸਲਾ ਕੀਤਾ। ਉਹ ਕਹਿੰਦੇ ਇਹ ਤੁਹਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਵੋਟ ਸਿਰਫ ਤੁਹਾਡੀ ਅਮਾਨਤ ਨਹੀਂ ਸਗੋਂ ਸੰਗਰੂਰ ਦੇ ਲੋਕਾਂ ਦੀ ਹੈ ਜਿਨ੍ਹਾਂ ਨੇ ਤੁਹਾਨੂੰ ਪਾਰਲੀਮੈਂਟ ਵਿੱਚ ਭੇਜਿਆ ਹੈ। ਇਸ ਲਈ ਸਪਸ਼ਟ ਕੀਤਾ ਜਾਵੇ ਕਿ ਤੁਸੀਂ ਕਿਹਨੂੰ ਵੋਟ ਪਾਈ, ਇਹ ਫੈਸਲਾ ਕਿਹਦੇ ਹੱਕ ਵਿੱਚ ਲਿਆ ਅਤੇ ਕਿਸ ਆਧਾਰ ਤੇ ਲਿਆ। ਮੈਂ ਤੁਹਾਨੂੰ ਦੱਸ ਦਿਆਂ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਾਰੀਆਂ ਪਾਰਟੀਆਂ ਨੇ ਸਪਸ਼ਟ ਕੀਤਾ ਕਿ ਅਸੀਂ ਜਸਵੰਤ ਸਿਨਹਾ ਜਾਂ ਦ੍ਰੋਪਦੀ ਮੁਰਮੂ ਨੂੰ ਵੋਟ ਪਾ ਰਹੇ ਹਾਂ ਤੇ ਕਿਉਂ ਪਾ ਰਹੇ ਹਾਂ, ਪਰ ਜਦੋਂ ਮਾਨ ਸਾਹਿਬ ਨੂੰ ਪੁੱਛਿਆ ਗਿਆ ਸੀ ਉਹ ਕਹਿੰਦੇ ਮੇਰੀ ਵੋਟ ਹੈ, ਮੈਂ ਕਿਸੇ ਨੂੰ ਨਹੀਂ ਦੱਸਣੀ, ਪਰ ਹਾਂ ਮੈਂ ਵੋਟ ਪਾ ਜ਼ਰੂਰ ਦਿੱਤੀ ਹੈ। ਸਾਰੀਆਂ ਗੱਲਾਂ ਤੋਂ ਬਾਅਦ ਪਰਮਹੰਸ ਬੰਟੀ ਰਮਾਣਾ ਹੋਰਾਂ ਨੇ ਕੁਝ ਸਵਾਲ ਮਾਨ ਸਾਹਿਬ ਨੂੰ ਕੀਤੇ ਹੈ, ਪਰ ਹੁਣ ਇਹ ਮਾਨ ਸਾਹਿਬ ਦਾ ਆਪਣਾ ਫੈਸਲਾ ਹੈ ਕਿ ਉਹ ਪਰਮਹੰਸ ਬੰਟੀ ਰਮਾਣਾ ਦੇ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਨੇ। ਪਰ ਇਸ ਖਬਰ ਨੂੰ ਮੁਕਾ ਕੇ ਆਪਾਂ ਅੱਗੇ ਵਧਦੇ ਹਾਂ, ਪਰ ਇਹ ਟਿੱਪਣੀ ਜ਼ਰੂਰ ਕਰਨੀ ਚਾਹੁੰਦੇ ਹਾਂ ਕਿ ਮਾਨ ਸਾਹਿਬ ਦਰਅਸਲ ਸੰਗਰੂਰ ਦੇ ਲੋਕਾਂ ਨੇ ਤੁਹਾਨੂੰ ਨਾ ਇਹ ਪੁੱਛ ਕੇ ਵੋਟਾਂ ਪਾਈਆਂ ਸੀ ਤੇ ਨਾ ਇਹ ਉਹਨਾਂ ਦਾ ਕੋਈ ਮੁੱਦਾ ਸੀ ਕਿ ਤੁਸੀਂ ਜੇਕਰ ਮੈਂਬਰ ਪਾਰਲੀਮੈਂਟ ਚੁਣੇਗਾ ਸੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਕੀ ਸਰਦਾਰ ਭਗਤ ਸਿੰਘ ਅੱਤਵਾਦੀ ਨੇ ਜਾਂ ਸ਼ਹੀਦ ਨੇ। ਜੇ ਸੰਗਰੂਰ ਦੇ ਲੋਕਾਂ ਨੇ ਤੁਹਾਨੂੰ ਪੁੱਛਿਆ ਸੀ ਫਿਰ ਜ਼ਰੂਰ ਇਹ ਗੱਲ ਸਾਫ਼ ਕਰ ਦਿਓ, ਫਿਰ ਤੁਹਾਡਾ ਇਸ ਮਸਲੇ ਦੇ ਉੱਤੇ ਬੋਲਣਾ ਜਾਇਜ਼ ਹੈ। ਪਰ ਜੇਕਰ ਤੁਹਾਡੇ ਹਲਕੇ ਦੇ ਵੋਟਰਾਂ ਦਾ ਇਹ ਸਵਾਲ ਹੀ ਕੋਈ ਨਹੀਂ ਸੀ ਤਾਂ ਕਿਰਪਾ ਕਰਕੇ ਮੁੱਦਿਆਂ ਤੋਂ ਧਿਆਨ ਨਾ ਭਟਕੋ, ਨਾ ਭਟਕਾਓ। ਸੋ ਕਿਰਪਾ ਕਰਕੇ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਤੁਸੀਂ ਸੰਗਰੂਰ ਦੇ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਗੂੰਜੋ। ਤੇ ਅਗਲਾ ਪੰਜਾਬ ਸਰਕਾਰ ਦਾ ਇੱਕ ਅਹਿਮ ਫੈਸਲਾ ਹੈ, ਉਸ ਫੈਸਲੇ ਦੇ ਬਾਬਤ ਜਿਹੜੀ ਜਾਣਕਾਰੀ ਮਿਲੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਨੂੰ ਯਕੀਨੀ ਬਣਾਉਣ ਦੇ ਵਾਸਤੇ ਪਤਾ ਲੱਗੇ ਕਿ ਕਿਹੜੀ ਬੱਸ ਕਿੱਥੇ ਹੈ ਜਾਂ ਕਿਹੜਾ ਵਾਹਨ ਕਿੱਥੇ ਤੁਰਿਆ ਫਿਰਦਾ ਹੈ ਤੇ ਕਾਰਜਕੁਸ਼ਲਤਾ ਨੂੰ ਯਕੀਨੀ ਬਣਾਉਣ ਦੇ ਵਾਸਤੇ ਪੰਜਾਬ ਦੇ ਵਿੱਚ ਸਾਰੇ ਵਾਹਨਾਂ ਨੂੰ ਨਿਗਰਾਨੀ ਦੇ ਅਧੀਨ ਰੱਖਿਆ ਜਾ ਸਕੇ, ਇਹਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ 1 ਅਗਸਤ ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ਭਾਵੇਂ ਉਹ 'ਚ ਬੱਸਾਂ ਨੇ, ਮਿੰਨੀ ਬੱਸਾਂ ਨੇ, ਟੈਕਸੀਆਂ ਨੇ, ਉਹਨਾਂ ਦੇ ਵਿੱਚ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹਦੇ ਤੋਂ ਇਲਾਵਾ ਪੰਜਾਬ ਸਰਕਾਰ ਨੇ 1 ਬੱਸ 1 ਪਰਮਿਟ ਨੂੰ ਵੀ ਵਾਹਨ ਪੋਰਟਲ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਰੀਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫ਼ਤਰਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਸੰਬੰਧੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਹੈ ਕਿ ਵਾਹਨ ਪੋਰਟਲ ਤੇ 1 ਬੱਸ 1 ਪਰਮਿਟ ਲਾਗੂ ਹੋਣ ਤੋਂ ਬਾਅਦ OTP ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ, ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ ਤੇ 1 ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਉਪਲਬਧ ਹੈ। ਉਹਨਾਂ ਇਹ ਵੀ ਕਿਹਾ ਕਿ ਡਿਫਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਵੇ। ਮੀਟਿੰਗ ਦੇ ਦੌਰਾਨ ਵੈਬ ਪੋਰਟਲ ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਫੈਸਲਾ ਵੀ ਲਿਆ ਗਿਆ ਤਾਂ ਜੋ ਪੰਜਾਬ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਕੀਤਾ ਜਾਵੇ ਅਤੇ ਇਸ ਪਾਰਦਰਸ਼ੀ ਢੰਗ ਨੂੰ ਹੋਰ ਯਕੀਨੀ ਵੀ ਬਣਾਇਆ ਜਾਵੇ। ਤੇ ਫਿਰ ਗੱਲ ਉੱਥੇ ਸੜਕ ਹਾਦਸਿਆਂ ਦੀ ਵੀ ਚੱਲੀ। ਸੜਕ ਹਾਦਸਿਆਂ ਦੇ ਉੱਤੇ ਵੀ ਡੂੰਘੀ ਚਿੰਤਾ ਪ੍ਰਗਟਾਈ। ਉਹਨਾਂ ਨੇ ਹਦਾਇਤ ਕੀਤੀ ਕਿ ਟਿੱਪਰ, ਟਰੱਕ, ਹੋਰ ਜਿਹੜੇ ਭਾਰੀ ਵਾਹਨ ਨੇ ਉਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਲਾਜ਼ਮੀ ਹੋਏਗੀ। ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ MVI ਵੱਲੋਂ ਪਾਸ ਨਾ ਕੀਤਾ ਜਾਵੇ ਜਿਨ੍ਹਾਂ ਦੇ ਉੱਤੇ ਇਹ ਲੋਹੇ ਦੀ ਰਾਡ ਫਿੱਟ ਨਾ ਕੀਤੀ ਹੋਵੇ। ਉਹਨਾਂ ਸੰਬੰਧਿਤ RTA ਸਕੱਤਰ ਦੇ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਿਤ ਰੂਪ ਨਾਲ ਨਿਰੀਖਣ ਕਰਨ ਦੇ ਆਦੇਸ਼ ਵੀ ਦਿੱਤੇ ਹੈ। ਮੀਟਿੰਗ ਦੇ ਦੌਰਾਨ ਟਰਾਂਸਪੋਰਟ ਵਿਭਾਗ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ। ਹੁਣ 1 ਅਗਸਤ ਤੋਂ ਉਮੀਦ ਕਰ ਰਹੇ ਹਾਂ ਕਿ ਇਹ ਸਾਰੇ ਜਿਹੜੇ ਟਰੈਕਿੰਗ ਡਿਵਾਈਸ ਨੇ ਲੱਗ ਸਕਣਗੇ ਤਾਂ ਕਿ ਪੁਖਤਾ ਹੋ ਸਕੇ, ਕਿਉਂਕਿ ਬੀਤੇ ਦਿਨੀ ਇੱਕ ਖਬਰ ਕਾਫੀ ਵਾਇਰਲ ਹੋਈ ਸੀ। ਉਹ ਇਹ ਸੀ ਕਿ ਜਲੰਧਰ ਬੱਸ ਅੱਡੇ ਦੇ ਅੰਦਰ ਸਵਾਰੀਆਂ ਖੜੀਆਂ ਨੇ, ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ
ਪਰ ਪਤਾ ਹੀ ਨਹੀਂ ਲੱਗ ਰਿਹਾ ਕਿ ਬੱਸ ਸਰਕਾਰੀ ਉਹਨਾਂ ਨੂੰ ਚੜਾਉਂਦੀ ਕਿਉਂ ਨਹੀਂ। ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਸੰਦੇਸ਼ ਭੇਜਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ ਹਰ ਬੱਸ ਅੱਡੇ 'ਚ ਜਾਏਗੀ। ਉਹ ਕਹਿੰਦੇ ਜਾਂ ਤਾਂ ਬੱਸ ਅੱਡੇ 'ਚ ਆਉਂਦੀ ਨਹੀਂ, ਜੇ ਆਉਂਦੀ ਹੈ ਤਾਂ ਦਰਵਾਜ਼ੇ ਬੰਦ ਰੱਖਦੇ ਆ, ਪਰ ਟਰੈਕਿੰਗ ਡਿਵਾਈਸ ਕੀ ਕਰੇਗਾ। ਇਹੀ ਪੁੱਛਿਆ ਜਾਏਗਾ ਕਿ ਲੋਕੇਸ਼ਨ ਦੱਸਿਓ, ਤੁਸੀਂ ਅੱਡੇ ਦੇ ਅੰਦਰ ਗਏ ਸੀ। ਉਹ ਕਹਿਣਗੇ ਗਏ ਤਾਂ ਸੀ ਪਰ ਸਵਾਰੀਆਂ ਨਹੀਂ ਚੜਾਈਆਂ। ਸੋ ਮੈਨੂੰ ਲੱਗਦਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਮਾਇਨੇ ਰੱਖਦੀਆਂ ਨੇ, ਪਰ ਉਹਨਾਂ ਤੇ ਧਿਆਨ ਕੌਣ ਦੇਵੇ। ਵੇਖਦੇ ਹਾਂ ਕਿ ਸਿਸਟਮ ਵਿੱਚ ਸੁਧਾਰ ਹੁੰਦਾ ਕੋਈ ਜਾਂ ਨਹੀਂ, ਪਰ ਆਹ ਸੱਚਮੁੱਚ ਅਗਲੀ ਖਬਰ ਬਹੁਤ ਮੰਦਭਾਗੀ ਹੈ। ਲੁਧਿਆਣਾ ਦੇ ਦੁਸ਼ਹਿਰਾ ਗਰਾਊਂਡ ਦੇ ਨੇੜੇ ਆ ਉਪਕਾਰ ਨਗਰ। ਉਪਕਾਰ ਨਗਰ ਦੇ ਵਿੱਚ ਕਿਸੇ ਵਿਅਕਤੀ ਦੀ ਕੋਠੀ ਦੇ ਅੰਦਰ ਕੰਮ ਕਰਦੀ ਸੀ ਇੱਕ ਨਾਬਾਲਗ ਲੜਕੀ। ਉਮਰ ਤਕਰੀਬਨ ਉਹਦੀ 14 ਕੁ ਵਰ੍ਹੇ ਦੱਸੀ ਜਾ ਰਹੀ ਹੈ ਅਤੇ ਇਹ ਫਾਹੇ ਨਾਲ ਲਟਕਦੀ ਮਿਲੀ ਹੈ। ਪੀੜਤ ਪਰਿਵਾਰ ਦੋਸ਼ ਲਾ ਰਿਹਾ ਹੈ ਕਿ ਕੋਠੀ ਮਾਲਕ ਨੇ ਉਹਨਾਂ ਦੀ ਧੀ ਦਾ ਕਤਲ ਕੀਤਾ ਹੈ ਅਤੇ ਫਿਰ ਪੁਲਿਸ ਨੂੰ ਗੁੰਮਰਾਹ ਕਰਨ ਦੇ ਵਾਸਤੇ ਖੁਦਕੁਸ਼ੀ ਦਾ ਰੂਪ ਦੇ ਦਿੱਤਾ ਹੈ। ਹੁਣ ਮ੍ਰਿਤਕ ਨਾਬਾਲਗ ਲੜਕੀ ਦੀ ਪਛਾਣ ਕਾਜਲ, ਜਿਸ ਦੀ ਉਮਰ ਤਕਰੀਬਨ 14 ਵਰ੍ਹੇ ਦੱਸੀ ਗਈ ਹੈ। ਲੜਕੀ ਦੀ ਜਦੋਂ ਮੌਤ ਦੀ ਖਬਰ ਮਿਲਦੀ ਹੈ ਤਾਂ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਹੋਰ ਪ੍ਰਵਾਸੀ ਲੋਕ ਕੋਠੀ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਆ। ਸੂਚਨਾ ਮਿਲਣ ਤੋਂ ਬਾਅਦ ਜੁਆਇੰਟ ਸੀਪੀ, ਏਸੀਪੀ ਅਤੇ ਹੋਰ ਜਿਹੜੇ ਵੱਡੇ ਪੁਲਿਸ ਅਫਸਰ ਸਨ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਮੌਕੇ ਤੇ ਪਹੁੰਚਦੇ ਆ। ਪੁਲਿਸ ਤੇ ਪੁੱਜਦੇ ਹੀ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਨਾਲ ਆਏ ਲੋਕਾਂ ਨੇ ਹੰਗਾਮਾ ਸ਼ੁਰੂ ਕੀਤਾ। ਹੰਗਾਮਾ ਕਰਨਾ ਦਰਅਸਲ ਅੰਦਰੋਂ ਉਹਨਾਂ ਦੀਆਂ ਆਂਦਰਾਂ ਕੀ ਆਖ ਰਹੀਆਂ ਸੀ, ਇਹ ਉਹਨਾਂ ਦੀਆਂ ਗੱਲਾਂ ਤੁਹਾਨੂੰ ਆਪਣੇ ਆਪ ਦੱਸ ਦੇਣਗੀਆਂ। ਜਦੋਂ ਉਹਨਾਂ ਨੇ ਘਰ ਅੰਦਰ ਦਾਖਲ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅੰਦਰ ਜਾਈਏ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ। ਧੱਕਾ ਮੁੱਕੀ ਵੀ ਹੋਈ, ਉੱਥੇ ਹੱਥੋਂ ਪਾਈ ਵੀ ਹੋਈ। ਜਦੋਂ ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਪਿੱਛੇ ਜਾਓ ਤਾਂ ਕੁਝ ਲੋਕਾਂ ਨੇ ਉੱਥੇ ਗੁੱਸੇ 'ਚ ਆ ਕੇ ਪਥਰਾਅ ਵੀ ਕੀਤਾ ਤੇ ਪੁਲਿਸ ਨੇ ਉੱਥੇ ਹਲਕੇ ਬਲ ਦਾ ਪ੍ਰਯੋਗ ਵੀ ਕੀਤਾ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲਿਆ, ਪੋਸਟਮਾਰਟਮ ਲਈ ਸਿਵਲ ਹਸਪਤਾਲ ਵੀ ਭੇਜ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਫਿਰ ਅੱਗੇ ਦੀ ਕਾਰਵਾਈ ਕਰਾਂਗੇ। ਜਾਣਕਾਰੀ ਦੇ ਅਨੁਸਾਰ ਕਾਜਲ ਦੇ ਪਿਤਾ ਰਿਕਸ਼ਾ ਚਲਾਉਂਦੇ ਨੇ। ਪੂਰਾ ਪਰਿਵਾਰ ਅਸਲ ਦੇ ਵਿੱਚ ਯੂਪੀ ਦੇ ਉਨਾਵ ਦਾ ਰਹਿਣ ਵਾਲਾ ਦੱਸਿਆ ਗਿਆ। ਕਾਜਲ ਉਪਕਾਰ ਨਗਰ ਸਥਿਤ ਇੱਕ ਕੋਠੀ ਦੇ ਵਿੱਚ ਘਰੇਲੂ ਕੰਮਕਾਜ ਕਰਦੀ ਸੀ ਅਤੇ ਇਸ ਲੜਕੀ ਦੀ ਮਾਂ ਦਾ ਨਾਮ ਹੈ ਸੁਮਨ। ਸੁਮਨ ਦਾ ਕਹਿਣਾ ਇਹ ਹੈ ਕਿ ਉਹ ਸਵੇਰੇ ਕੰਮ ਤੇ ਜਾਣ ਵਾਸਤੇ ਨਿਕਲੀ ਅਤੇ ਦੁਪਹਿਰ ਨੂੰ ਘਰ ਦਾ ਸਮਾਨ ਲੈ ਕੇ ਵਾਪਸ ਆਪਣੇ ਕੰਮ ਤੇ ਫਿਰ ਚਲੀ ਗਈ। ਉਸ ਸਮੇਂ ਤੱਕ ਉਹ ਕਹਿੰਦੇ ਸਭ ਕੁਝ ਠੀਕ ਠਾਕ ਸੀ। ਅਚਾਨਕ ਸ਼ਾਮ ਦੇ ਕਰੀਬ 6 ਵਜੇ ਹੈ, ਪਰਿਵਾਰ ਵਾਲਿਆਂ ਨੂੰ ਕੋਠੀ ਮਾਲਕ ਦਾ ਫੋਨ ਆਉਂਦਾ ਹੈ ਅਤੇ ਕੋਠੀ 'ਚ ਉਹਨਾਂ ਨੂੰ ਬੁਲਾਇਆ ਜਾਂਦਾ ਹੈ। ਉਹ ਕਹਿੰਦੇ ਜਦ ਅਸੀਂ ਉੱਥੇ ਗਏ ਤਾਂ ਸਾਡੇ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਦੱਸਿਆ ਗਿਆ ਕਿ ਉਹਨਾਂ ਦੀ ਧੀ ਨੇ ਫਾਹਾ ਲੈ ਲਿਆ, ਖੁਦਕੁਸ਼ੀ ਕਰ ਲਈ ਹੈ। ਤੇ ਫਿਰ ਉਹ ਕਹਿੰਦੇ ਅਸੀਂ ਆਪਣੇ ਗੁਆਂਢੀਆਂ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਾਜਲ ਦੇ ਇਸ ਕਤਲकांड ਦੀ ਸੂਚਨਾ ਦੇ ਦਿੱਤੀ। ਮਾਂ ਜਿਹੜੀ ਇਸ ਬੱਚੀ ਦੀ ਸੁਮਨ, ਉਹ ਦੋਸ਼ ਲਾ ਰਹੀ ਹੈ ਕਿ ਜਦੋਂ ਉਹ ਕਮਰੇ 'ਚ ਪਹੁੰਚੇ ਤਾਂ ਕਾਜਲ ਦੇ ਮੂੰਹ 'ਚ ਇੱਕ ਰੁਮਾਲ ਸੀ ਜੋ ਕਿ ਖੂਨ ਨਾਲ ਭਿੱਜਿਆ ਹੋਇਆ ਸੀ। ਉਹਦਾ ਦੋਸ਼ ਹੈ ਕਿ ਉਸ ਦੀ ਧੀ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਹਦੀ ਧੀ ਦਾ ਕਤਲ ਹੋਇਆ ਤੇ ਬਾਅਦ ਦੇ ਵਿੱਚ ਉਹਨੂੰ ਖੁਦਕੁਸ਼ੀ ਦਾ ਰੂਪ ਦਿੱਤਾ ਗਿਆ। ਲੜਕੀ ਦੀ ਮਾਂ ਸੁਮਨ ਨੇ ਦੋਸ਼ ਲਾਇਆ ਕਿ ਉਹਦੀ ਧੀ ਤਕਰੀਬਨ 2 ਸਾਲ ਤੋਂ, ਜਿਹੜੇ ਬੀਤੇ 2 ਵਰ੍ਹਿਆਂ ਤੋਂ ਇਸੇ ਘਰ ਵਿੱਚ ਕੰਮ ਕਰ ਰਹੀ ਸੀ। ਮਕਾਨ ਮਾਲਕ ਦੀ ਪਤਨੀ ਕੁਝ ਸਮੇਂ ਤੋਂ ਹਸਪਤਾਲ ਦੇ ਵਿੱਚ ਦਾਖਲ ਹੈ। ਉਹ ਕਹਿੰਦੇ 4-5 ਦਿਨ ਪਹਿਲਾਂ ਘਰ ਦੇ ਮਾਲਕ ਨੇ ਇਹ ਆਖਿਆ ਕਿ ਉਹਨਾਂ ਦੀ ਧੀ ਰਾਤ ਨੂੰ ਵੀ ਜੇਕਰ ਕੰਮ ਤੇ ਰਹਿ ਜੇ ਤਾਂ ਚੰਗਾ ਹੋਏਗਾ। ਕਹਿੰਦੇ ਇਸ ਦਾ ਕੋਈ ਗੱਲ ਨਹੀਂ, ਦਿਨੇ ਵੀ ਤੁਹਾਡੇ ਕੰਮ ਕਰਦੀ ਹੈ, ਰਾਤ ਨੂੰ ਵੀ ਰਹਿ ਜਾਏਗੀ। ਉਹ ਕਹਿੰਦੇ ਜਦੋਂ ਧੀ ਸਾਡੀ ਰਾਤ ਰਹੀ ਤਾਂ ਉਹਦੇ ਤੋਂ ਅਗਲੇ ਦਿਨ, ਅਗਲੀ ਸਵੇਰੇ ਧੀ ਘਰ ਆਈ। ਉਹਨੇ ਦੱਸਿਆ ਕਿ ਕੋਠੀ ਮਾਲਕ ਨੇ ਉਹਦੇ ਨਾਲ ਛੇੜਛਾੜ ਕੀਤੀ ਹੈ, ਇਸ ਵਾਸਤੇ ਮੈਂ ਉੱਥੇ ਦੁਬਾਰਾ ਕੰਮ ਤੇ ਨਹੀਂ ਜਾਣਾ। ਉਹ ਕਹਿੰਦੇ ਅਸੀਂ ਫਿਰ ਕੋਠੀ ਮਾਲਕ ਨੂੰ ਫੋਨ ਕਰ ਦਿੱਤਾ ਕਿ ਭਾਈ ਸਾਡੀ ਧੀ ਅੱਜ ਤੋਂ ਬਾਅਦ ਤੁਹਾਡੇ ਘਰ ਕੰਮ ਤੇ ਨਹੀਂ ਆਊਗੀ। ਕਹਿੰਦੇ ਫਿਰ ਇਸ ਕੋਠੀ ਮਾਲਕ ਨੇ, ਮਕਾਨ ਮਾਲਕ ਨੇ ਮਿੰਨਤਾਂ ਕੀਤੀਆਂ, ਦੁਬਾਰਾ ਸਾਡੀ ਧੀ ਨੂੰ ਕੰਮ ਤੇ ਸੱਦਿਆ ਕਿ ਘਰ ਵਾਲੀ ਮੇਰੀ ਬਿਮਾਰ ਹੈ, ਜਦੋਂ ਉਹ ਘਰ ਆ ਜਾਏਗੀ ਤਾਂ ਭਾਵੇਂ ਫਿਰ ਇਹ ਕੰਮ ਤੇ ਨਾ ਪਰਤੇ। ਪਰ ਅਚਾਨਕ ਕਹਿੰਦੇ ਉਹਦੇ ਤੋਂ ਬਾਅਦ ਆ ਧੀ ਦੀ ਖਬਰ ਮਿਲ ਗਈ ਹੈ। ਪਰ ਦੂਸਰੇ ਪਾਸੇ ਮੁੱਢਲੀ ਜਾਂਚ ਪੜਤਾਲ ਦੇ ਵਿੱਚ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਹਾਲੇ ਤੱਕ ਲੜਕੀ ਦੇ ਨਾਲ ਜ਼ਬਰ ਜਨਾਹ ਦੀ ਪੁਸ਼ਟੀ ਨਹੀਂ ਹੋ ਸਕੀ, ਪਰ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ। ਪਰ ਹੁਣ ਇੱਥੇ ਜੇ ਟਿੱਪਣੀ ਕਰਨੀ ਹੋਵੇ
14 ਵਰਿਆਂ ਦੀ 30 ਪਰਿਵਾਰ ਦੀਆਂ ਲੱਖ ਮਜਬੂਰੀਆਂ ਹੋ ਸਕਦੀਆਂ ਨੇ। ਮੈਂ ਬਹੁਤ ਵਾਰੀ ਆਖਿਆ ਕਿ ਚਾਈਲਡ ਲੇਬਰ ਦੇ ਬਾਰੇ ਕੌਣ ਗੱਲ ਕਰੂ। ਹੁਣ ਇਹ ਦੱਸ ਰਹੇ ਨੇ ਕਿ 2 ਸਾਲਾਂ ਤੋਂ ਇਸ ਘਰ ਦੇ ਵਿੱਚ ਸਾਡੀ ਧੀ ਕੰਮ ਕਰ ਰਹੀ ਸੀ। ਇਹਦਾ ਮਤਲਬ 12 ਸਾਲਾਂ ਤੋਂ ਇਹ ਧੀ ਜਿਸ ਦੇ ਹੱਥ 'ਚ ਕਿਤਾਬ ਹੋਣੀ ਚਾਹੀਦੀ ਸੀ, ਕਿਤਾਬਾਂ ਹੋਣੀਆਂ ਚਾਹੀਦੀਆਂ ਸੀ, ਉਹ 2 ਸਾਲਾਂ ਤੋਂ ਇਸ ਘਰ ਦੇ ਵਿੱਚ ਕੰਮ ਕਰ ਰਹੀ ਸੀ। ਸਰਕਾਰਾਂ, ਪ੍ਰਸ਼ਾਸਨ ਸੁੱਤਾ ਪਿਆ ਕਿ 12 ਵਰਿਆਂ ਦੀ ਬਾਲੜੀ ਜਾਂ ਬਾਲ ਢਾਬਿਆਂ ਤੇ 8-8, 7-7 ਵਰਿਆਂ ਦੇ ਬੱਚੇ ਬੱਚੀਆਂ ਸਾਡੇ ਕੰਮ ਕਰਦੇ ਐ, ਕੌਣ ਰੋਕੂ? ਚਾਈਲਡ ਲੇਬਰ ਦਾ ਕੇਸ ਕੌਣ ਕਿਹਦੇ ਤੇ ਪਾਊ ਜਾਂ ਕੌਣ ਪਵਾਊ? ਇਹਦੇ ਵਿੱਚ ਦੋਸ਼ ਕੌਣ ਹੈ ਜਾਂ ਦੋਸ਼ਾ ਭਾਗੀ ਕੌਣ ਹੈ? ਕਿਹਨੂੰ ਦੋਸ਼ੀ ਠਹਿਰਾਈਏ? ਇਹ ਬਹੁਤ ਸਵਾਲ ਨੇ ਜਿਹੜੇ ਆ 14 ਵਰਿਆਂ ਦੀ ਇੱਕ ਬਾਲੜੀ ਦੇ ਕਤਲ ਤੋਂ ਬਾਅਦ ਭਾਵੇਂ ਪਰਿਵਾਰ ਦੋਸ਼ ਲਾਇਆ ਕਿ ਜ਼ਬਰ ਜਨਾਹ ਹੋਇਆ ਹੈ, ਫਿਰ ਉਹਦਾ ਕਤਲ ਕਰ ਦਿੱਤਾ ਗਿਆ ਹੈ, ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਦੀ ਧੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਛੇੜਖਾਨੀ ਕੀਤੀ ਗਈ ਹੈ। ਪਰ ਦੇਖ ਲੈਂਦੇ ਹਾਂ ਜਾਂਚ ਦਾ ਵਿਸ਼ਾ ਕਿ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਿਕਲ ਕੇ ਆਉਂਦਾ ਜਾਂ ਨਹੀਂ। ਪਰ ਦੂਸਰੇ ਪਾਸੇ ਆ ਚਾਈਲਡ ਲੇਬਰ ਦਾ ਇਹਦਾ ਕੌਣ ਭਾਈਵਾਲ ਹੈ ਬਈ? ਇਹਦੇ ਸਵਾਲ ਕੌਣ ਕਿਹਨੂੰ ਪੁੱਛੂਗਾ ਬਈ? ਸੱਚਮੁੱਚ ਵੱਡੇ ਸਵਾਲ ਨੇ। ਉਮੀਦ ਕਰ ਰਹੇ ਹਾਂ ਤੁਹਾਨੂੰ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।